to all. मेरा नाम हरवीन है, केमिस्ट्री ਲੈਕਚਰਰ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ। ਅੱਜ ਮੈਂ ਤੁਹਾਡੇ ਨਾਲ ਐਸ ਬਲੌਕ ਐਲੀਮੈਂਟਸ ਦੇ ਕੁਝ ਸਬ ਟੌਪਿਕ ਡਿਸਕਸ ਕਰਾਂਗੀ। ਤਿੰਨ ਸਬ ਟੌਪਿਕਸ ਡਿਸਕਸ ਕਰਾਂਗੀ। ਮੇਰਾ ਪਹਿਲਾ ਸਬ ਟੌਪਿਕ ਹੈ ਡਿਫਰੈਂਸ ਬਿਟਵੀਨ ਬੈਰੀਲੀਅਮ ਐਂਡ ਮੈਗਨੀਸ਼ੀਅਮ। Second topic है relationship between beryllium and aluminium, and the third topic is some important compounds of calcium. So before we starting the topic, पहले ਆਪਾਂ डिस्कस करांगे beryllium ਦੇ ਬਾਰੇ थोड़ा ਜਿਹਾ डिस्कस करांगे। beryllium ਦਾ atomic number 4 है ਤੇ atomic mass 9। ठीक है, ਇਹਦਾ मतलब ਜਿਹੜੇ 2 ਇਲੈਕਟ੍ਰੋਨ ਹੈ ਉਹ K ਸ਼ੈਲ ਚ ਜਾਣੇ ਆ, 2 ਇਲੈਕਟ੍ਰੋਨ L ਸ਼ੈਲ ਚ ਜਾਣੇ। ਨੈਕਸਟ ਜਿਹੜਾ ਫਸਟ ਮੇਨ ਟੌਪਿਕ ਸਟਾਰਟ ਹੋਣ ਲੱਗਾ ਸਾਡਾ ਉਹ ਹੈ ਡਿਫਰੈਂਸ ਬਿਟਵੀਨ ਬੈਰੀਲੀਅਮ ਐਂਡ ਮੈਗਨੀਸ਼ੀਅਮ। ਸੋ ਬੈਰੀਲੀਅਮ ਐਂਡ ਮੈਗਨੀਸ਼ੀਅਮ ਚ ਡਿਫਰੈਂਸ ਕੀ ਹੋਏਗਾ ਕਿ ਜਿਹੜਾ ਹੈ ਸਭ ਤੋਂ ਪਹਿਲੇ ਬੈਰੀਲੀਅਮ ਆਪਾਂ ਕੁਝ ਆਸਪੈਕਟਸ ਹੈਗੇ ਆ ਜਿਨ੍ਹਾਂ ਦੇ ਬੇਸ ਤੇ ਅਸੀਂ ਇਹਨਾਂ ਨੂੰ ਡਿਫਰੈਂਸ ਕਰ ਸਕਦੇ ਹਾਂ। ਡਿਫਰੈਂਟ ਇਹ ਦੋਨੋਂ ਇੱਕ ਦੂਜੇ ਤੋਂ ਡਿਫਰ ਹੈਗੇ ਆ। ਪਹਿਲਾ ਆਸਪੈਕਟ ਹੈ ਡੈਫੀਨੇਸ਼ਨ। ਡੈਫੀਨੇਸ਼ਨ 'ਚ ਕੀ ਹੋਏਗਾ, ਬੈਰੀਲੀਅਮ ਇਜ਼ ਅ chemical element having a atomic number 4 and symbol Be, and magnesium is a chemical element having atomic number 12 and symbol Mg। ठीक है, डेफिनेशन ਦੇ ਆਧਾਰ ਤੇ ਆਪਾਂ ਦੋਵਾਂ ਨੂੰ ਡਿਫਰੈਂਸ ਦੇ ਸਕਦੇ ਹਾਂ। ਉਸ ਤੋਂ ਬਾਅਦ એનર્ਜੀ ਲੈਵਲਸ, 2 એનર્ਜੀ ਲੈਵਲਸ ਕੰਟੇਨਿੰਗ ਇਲੈਕਟ੍ਰੋਨ। ਬੈਰੀਲੀਅਮ ਦੇ ਕੇਸ 'ਚ 2 એનર્ਜੀ ਲੈਵਲ ਇਨਵੋਲਵਡ ਹੁੰਦੇ ਆ। ਮੈਗਨੀਸ਼ੀਅਮ ਦੇ ਕੇਸ 'ਚ 3 એનર્ਜੀ ਲੈਵਲਸ ਕੰਟੇਨਿੰਗ ਇਲੈਕਟ੍ਰੋਨਸ। ਉਸ ਤੋਂ ਬਾਅਦ ਨੈਕਸਟ ਐਸਪੈਕਟ ਹੈ ऑर्बिटल्स। हैव नो इलेक्ट्रॉन इन p और d ऑर्बिटल। p ਤੇ d ऑर्बिटल 'ਚ ਕੋਈ ਇਲੈਕਟ੍ਰੋਨ ਨਹੀਂ ਹੁੰਦਾ। have electron in p orbital but not in d orbital। p ਮੈਗਨੀਸ਼ੀਅਮ ਦੇ ਕੇਸ 'ਚ ਜਿਹੜਾ p orbital ਦੇ ਵਿੱਚ ਇਲੈਕਟ੍ਰੋਨ ਹੁੰਦਾ ਹੈ, ਫਿਲ ਕਰਦੇ ਹਾਂ ਆਪਾਂ, ਬਟ d orbitals 'ਚ ਨਹੀਂ ਹੁੰਦਾ। ਫਿਰ ਮੈਲਟਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟ। ਬੈਰੀਲੀਅਮ ਦਾ ਮੈਲਟਿੰਗ ਪੁਆਇੰਟ ਮੈਗਨੀਸ਼ੀਅਮ ਨਾਲੋਂ ਜ਼ਿਆਦਾ ਹੁੰਦਾ ਤੇ ਮੈਗਨੀਸ਼ੀਅਮ ਦਾ ਲੋਅਰ ਦੈਨ ਆਲ ਅਦਰ ਐਲਕਲਾਈਨ ਅਰਥ ਮੈਟਲ। ਸਾਰਿਆਂ ਨਾਲੋਂ ਐਲਕਲਾਈਨ ਅਰਥ ਮੈਟਲਸ ਨਾਲੋਂ ਘੱਟ ਹੁੰਦਾ। ਉਸ ਤੋਂ ਬਾਅਦ ਮੈਗਨੈਟਿਕ ਪ੍ਰੋਪਰਟੀਜ਼। ਮੈਗਨੈਟਿਕ ਪ੍ਰੋਪਰਟੀਜ਼ 'ਚ ਕੀ ਆਏਗਾ ਕਿ ਬੈਰੀਲੀਅਮ ਡਾਇਆਮੈਗਨੈਟਿਕ ਹੁੰਦਾ। ਹੁਣ ਡਾਇਆਮੈਗਨੈਟਿਕ ਇੱਕ ਮੈਗਨੈਟਿਕ ਪ੍ਰੋਪਰਟੀ ਹੁੰਦੀ ਹੈ ਜਿਹਦੇ ਵਿੱਚ ਸਾਰੇ ਦੇ ਸਾਰੇ ਇਲੈਕਟ੍ਰੋਨਸ ਜਿਹੜੇ ਆ ਪੇਅਰਡ ਹੋ ਜਾਂਦੇ। ਪੇਅਰਡ ਮਤਲਬ ਜੋੜ ਬਣਾਉਣਾ। ਇੱਕ ਆਪੋਜ਼ਿਟ 2 ਇਲੈਕਟ੍ਰੋਨ ਆਪੋਜ਼ਿਟ ਸਪਿਨ ਦੇ ਪ੍ਰੈਜ਼ੈਂਟ ਹੋਣਗੇ। ਤੇ ਪੈਰਾਮੈਗਨੈਟਿਕ 'ਚ ਕੀ ਹੁੰਦਾ, ਅਨਪੇਅਰਡ ਇਲੈਕਟ੍ਰੋਨ, ਔਡ ਨੰਬਰ ਆਫ ਇਲੈਕਟ੍ਰੋਨਸ ਪ੍ਰੈਜ਼ੈਂਟ ਹੋਣਗੇ। ਨੈਕਸਟ ਆਪਾਂ ਕੈਮੀਕਲ ਪ੍ਰੋਪਰਟੀਜ਼ ਦੇ ਬੇਸ ਤੇ ਵੀ ਇਹਨਾਂ ਦਾ ਡਿਫਰੈਂਸ ਦੇਖ ਸਕਦੇ ਹਾਂ ਟੇਬਲ 'ਚ। ਠੀਕ ਹੈ, ਇਲੈਕਟ੍ਰੋਨਿਕ ਕਨਫੀਗਰੇਸ਼ਨ ਡਿਫਰ ਹੈ ਦੋਵਾਂ ਦੀ, ਬੈਰੀਲੀਅਮ ਤੇ ਮੈਗਨੀਸ਼ੀਅਮ ਤੇ ਈਵਨ ਕੈਲਸ਼ੀਅਮ ਦਾ ਵੀ ਦੇਖ ਰਹੇ ਹਾਂ। ਮੈਲਟਿੰਗ ਪੁਆਇੰਟ ਵੀ ਬੈਰੀਲੀਅਮ ਦਾ ਸਭ ਤੋਂ ਜ਼ਿਆਦਾ। ਉਸ ਤੋਂ ਬਾਅਦ ਬੋਇਲਿੰਗ ਪੁਆਇੰਟ ਵੀ ਸਭ ਤੋਂ ਜ਼ਿਆਦਾ। ਉਸ ਤੋਂ ਬਾਅਦ ਡੈਂਸਿਟੀ ਵੀ ਹਾਈ ਹੈ। ਠੀਕ ਹੈ, ਕਲਰ ਦੇ ਬੇਸ ਤੇ ਆਪਾਂ ਡਿਸਟਿੰਗੁish ਕਰ ਸਕਦੇ ਹਾਂ, ਇਹਨਾਂ ਦੋਵਾਂ ਨੂੰ ਡਿਫਰੈਂਸ ਕਰ ਸਕਦੇ ਹਾਂ। ਠੀਕ ਹੈ, ਨੈਕਸਟ ਮੇਨ ਟੌਪਿਕਸ ਸਬ ਟੌਪਿਕ ਸਿਮਿਲੈਰਿਟੀ ਕੀ ਹੈ। ਸਿਮਿਲੈਰਿਟੀ ਬਿਟਵੀਨ ਬੈਰੀਲੀਅਮ ਐਂਡ ਐਲੂਮੀਨੀਅਮ। ਹੁਣ ਬੈਰੀਲੀਅਮ ਐਂਡ ਐਲੂਮੀਨੀਅਮ ਦੀ ਆਪਾਂ ਸਿਮਿਲੈਰਿਟੀ ਰਿਜ਼ੈਂਬਲੈਂਸ ਕਿਵੇਂ ਦੇਖ ਸਕਦੇ ਹਾਂ, ਸੇਮ ਕਿਵੇਂ ਦੇਖ ਸਕਦੇ ਹਾਂ ਕਿ ਇਹ ਸੇਮ ਕਿਉਂ ਹੈ, ਕਿਉਂਕਿ ਇਹਨਾਂ ਨੂੰ ਆਪਾਂ ਪ੍ਰੋਪਰਟੀਜ਼ ਦੇ ਆਧਾਰ ਤੇ ਜੇ ਬੈਰੀਲੀਅਮ ਕਲੋਰਾਈਡ ਦੇਖੀਏ, ਬੈਰੀਲੀਅਮ ਕਲੋਰਾਈਡ ਦੀ ਡਾਇਮਰਿਕ ਸਟਰਕਚਰ ਹੁੰਦੀ ਹੈ। ਠੀਕ ਹੈ, ਬੈਰੀਲੀਅਮ ਕਲੋਰਾਈਡ ਦੀ ਡਾਇਮਰਿਕ ਸਟਰਕਚਰ ਹੁੰਦੀ ਹੈ ਤੇ ਐਲੂਮੀਨੀਅਮ ਕਲੋਰਾਈਡ ਦੀ ਸਟਰਕਚਰ ਕਿਹੜੀ ਹੁੰਦੀ? ਐਲੂਮੀਨੀਅਮ ਕਲੋਰਾਈਡ ਦੀ ਸਟਰਕਚਰ ਕੀ ਹੁੰਦੀ ਹੈ, ਉਹ ਵੀ ਡਾਇਮਰਿਕ ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਪੋਲੀਮਰਿਕ ਚੇਨ ਸਟਰਕਚਰਸ ਹੁੰਦੀਆਂ। ਬੋਥ ਆਰ ਇਨਸੋਲੂਬਲ ਇਨ ਆਰਗੈਨਿਕ ਸੋਲਵੈਂਟਸ ਐਂਡ ਸਟਰੋਂਗ ਲਿਵਿਸ ਐਸਿਡਸ ਹੁੰਦੇ ਆ। ਬੈਰੀਲੀਅਮ ਹਾਈਡਰੋਕਸਾਈਡ ਡਿਜ਼ੋਲਵ ਹੋ ਸਕਦਾ ਬੇਸ ਦੇ ਵਿੱਚ ਐਕਸੈਸ ਤੇ ਕੀ ਦੇਗਾ, ਬੈਰੀਲੀਏਟ ਆਇਨ। ਤੇ ਹਾਈਡਰੋਜਨ ਕੀ ਦੇਗਾ,
Aluminium hydroxide give a aluminate ion. ਉਸ ਤੋਂ ਬਾਅਦ beryllium and aluminium form strong tendency complexes. Beryllium ਤੇ aluminium ਜਿਹੜੇ ਆ ਉਹ complexes ਬਣਾਉਂਦੇ ਆ. Both beryllium and hydroxides amphoteric in nature. Amphoteric मतलब ਕੀ ਹੁੰਦਾ ਦੋਨੋਂ acidic as well as basic. ਉਸ ਤੋਂ ਬਾਅਦ carbides of beryllium like aluminium chloride give methane on hydride. ਜੇ ਅਲਮੀਨੀਅਮ ਤੇ ਬੈਰੀਲੀਅਮ ਦੀ ਆਪਾਂ ਕਾਰਬਾਈਡਸ ਦੀ ਗੱਲ ਕਰੀਏ ਤੇ ਦੋਨੋਂ ਮੀਥੇਨ ਗੈਸ ਇਵੋਲਵ ਕਰਦੇ। ਉਸ ਤੋਂ ਬਾਅਦ ਨਾਈਟ੍ਰਿਕ ਐਸਿਡ, ਨਾਈਟ੍ਰਿਕ ਐਸਿਡਸ ਨਾਲ ਰਿਐਕਟ ਦੋਵੇਂ ਨਹੀਂ ਕਰਦੇ। both beryllium and aluminium are randomly passive by nitric acids. next ਜਿਹੜਾ ਆਪਾਂ ਕਰ ਸਕਦੇ ਹਾਂ ਉਹਦੇ ਬੇਸ ਤੇ next main ਜਿਹੜੀ similarity ਹੈ that is diagonal relationship. ਹੁਣ how they are relate with each other, ਦੋਨੋਂ ਇੱਕ ਦੂਜੇ ਨਾਲ ਕਿਸ ਤਰ੍ਹਾਂ relate ਕਰਦੇ ਆ ਇਹ this picture ਚ ਦੇਖੋ। picture ਦੇ according ਕੀ ਹੈ lithium ਤੇ magnesium ਦੀ properties same ਹੈ, beryllium ਤੇ aluminium ਦੀ properties same ਹੈ, boron ਤੇ silicon ਦੀਆਂ properties same ਹੈ, carbon ਤੇ phosphorus diagonal relationship ਬਣਾਉਂਦੇ ਆ। ਠੀਕ ਹੈ ਹੁਣ ਇਹਦੇ ਚ diagonal relationship beryllium ਦਾ ionic radius 31 picometer, aluminium ਦਾ ਵੀ ਇਹੀ ਹੈ। ਉਸ ਤੋਂ ਬਾਅਦ acids ਦਾ attack, ਦੋਨੋਂ ਹੀ acid ਦੇ attack ਨਹੀਂ ਸਹਿੰਦੇ ਕਿਉਂਕਿ oxide film ਬਣ ਜਾਂਦੀ ਹੈ। ਉਸ ਤੋਂ ਬਾਅਦ beryllium hydroxide dissolved, beryllium hydroxide dissolved in excess of alkali of berylliate ion just as a hydroxide ion gave a aluminate ion. ਉਸ ਤੋਂ ਬਾਅਦ the chlorides of both beryllium and aluminium have a chloride bridge structure. ਦੋਨਾਂ ਦੀ chlorides bridge structures ਬਣਾਉਂਦੀਆਂ soluble in organic solvents and are strongly with acid. So they are used as a Friedel-Crafts catalyst. ਉਸ ਤੋਂ ਬਾਅਦ ਜਿਹੜਾ third ਸਭ ਤੋਂ ਮੇਨ ਟੌਪਿਕ ਆਪਾਂ ਡਿਸਕਸ ਕਰਨਾ ਹੈ some important compounds of calcium. so next main topic ਆਪਾਂ ਡਿਸਕਸ ਕਰਨ ਲੱਗੇ ਹਾਂ third main topic that is the compounds of calcium. ਹੁਣ compounds of calcium ਚ ਆਪਾਂ main topic ਕਿਹੜੇ ਪੜ੍ਹਨੇ ਆ preparation, properties, uses ਕਹਿੰਦੀਆਂ compounds of calcium. so calcium oxide ਦੀ ਆਪਾਂ ਕਰਨੀ ਹੈ। ਠੀਕ ਹੈ compounds ਕਿਹੜੇ ਕਿਹੜੇ ਹੈਗੇ calcium ਦੇ calcium oxides। ਠੀਕ ਹੈ ਉਸ ਤੋਂ ਬਾਅਦ calcium hydroxide, calcium carbonate, plaster of paris and cement. all are white colored powder. ਠੀਕ ਹੈ pollution ਦੇ ਜਿੰਨੇ ਵੀ compounds ਹੋਣਗੇ all are white colored compounds. ਹੁਣ ਆਪਾਂ turn by turn ਵਾਰੀ ਵਾਰੀ ਹਰ ਇੱਕ ਕੰਪਾਊਂਡ ਦੀਆਂ ਪ੍ਰੈਪਰੇਸ਼ਨ ਪੜਾਂਗੇ ਕਿਸ ਤਰ੍ਹਾਂ ਪ੍ਰਪੇਅਰ ਕੀਤਾ ਜਾਂਦਾ ਵਾ, ਪ੍ਰੋਪਰਟੀਜ਼ ਕੀ ਆ ਤੇ ਯੂਜ਼ਸ ਕੀ ਆ। ਸੋ ਸਭ ਤੋਂ ਪਹਿਲੇ ਆਪਾਂ ਡਿਸਕਸ ਕਰਾਂਗੇ ਕੈਲਸ਼ੀਅਮ ਆਕਸਾਈਡ। ਸੋ ਕੈਲਸ਼ੀਅਮ ਆਕਸਾਈਡ ਦਾ ਕੀ ਹੋਏਗਾ, ਕੈਲਸ਼ੀਅਮ ਆਕਸਾਈਡ ਦਾ ਫਾਰਮੂਲਾ ਕੀ ਹੈ CaO। ਠੀਕ ਹੈ CaO ਐਂਡ ਕਿਸ ਤਰ੍ਹਾਂ ਪ੍ਰਪੇਅਰ ਕੀਤਾ ਜਾਂਦਾ ਹੈ ਬਾਈ ਹੀਟਿੰਗ ਆਫ ਕੈਲਸ਼ੀਅਮ ਕਾਰਬੋਨੇਟ, ਕੈਲਸ਼ੀਅਮ ਕਾਰਬੋਨੇਟ ਨੂੰ ਹੀਟ ਕਰਕੇ। ਠੀਕ ਹੈ ਉਸ ਤੋਂ ਬਾਅਦ ਉਹਦੀਆਂ ਪ੍ਰੋਪਰਟੀਜ਼ ਕੀ ਹੈ, ਵਾਈਟ ਕਲਰ ਦਾ ਪਾਊਡਰ ਅਮੋਰਫਸ ਪਾਊਡਰ ਹੁੰਦਾ ਹੈ, ਮੈਲਟਿੰਗ ਪੁਆਇੰਟ 2600 ਡਿਗਰੀ ਸੈਲਸੀਅਸ, stable and fusion when decomposed cannot decomposed it. so properties calcium oxide is basic oxide, जे sulfuric acid ਨਾਲ react ਕਰੇਗਾ ਤੇ ਕੀ ਬਣਾਏਗਾ calcium sulfate plus water। ਜਦੋਂ silicon dioxide ਨਾਲ react ਕਰੇਗਾ ਤੇ ਕੀ ਬਣਾਏਗਾ calcium oxide plus silicon dioxide ਤੇ ਕੀ ਬਣੇਗਾ calcium silicate। ਠੀਕ ਹੈ ਕੀ ਬਣੇਗਾ calcium silicate। ਉਸ ਤੋਂ ਬਾਅਦ ਜਦੋਂ calcium oxide ਫਾਸਫੋਰਸ ਪੈਂਟਾਆਕਸਾਈਡ ਨਾਲ ਰਿਐਕਟ ਕਰੇਗਾ ਤੇ ਕੀ ਬਣੇਗਾ ਕੈਲਸ਼ੀਅਮ ਫਾਸਫੇਟ। ਯੂਜ਼ਸ ਕੀ ਨੇ, ਕਿੱਥੇ ਕਿੱਥੇ ਯੂਜ਼ ਹੁੰਦਾ ਹੈ, ਮੋਰਟਾਰ ਬਣਾਉਣ ਚ। ਠੀਕ ਹੈ ਉਸ ਤੋਂ ਬਾਅਦ ਮੈਨੂਫੈਕਚਰ ਆਫ ਪੇਪਰ, ਹਾਈ ਗ੍ਰੇਡ ਸਟੀਲ ਬਣਾਉਣ ਚ, ਪੇਪਰ ਬਣਾਉਣ ਚ, ਸਟੀਲ ਬਣਾਉਣ ਚ, ਸੀਮੈਂਟ ਬਣਾਉਣ ਚ, ਸੋਪ ਬਣਾਉਣ ਚ, ਰਬਰ ਬਣਾਉਣ ਚ,
ब्रिक्स बनाने, इंसैक्टिसाइड कीटनाशक बनाने। Next main compound of calcium is calcium hydroxide. तो formula बहुत ही important है calcium hydroxide का, that is calcium CaOH twice. किस तरह prepare किया जाता है? ਜਦੋਂ calcium oxide यानी क्विकलाइम ਨੂੰ ਅਸੀਂ ਵਾਟਰ ਨਾਲ ਰਿਐਕਟ ਕਰਦੇ ਹਾਂ ਤੇ ਕੈਲਸ਼ੀਅਮ ਹਾਈਡਰੋਕਸਾਈਡ ਬਣਦਾ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਆਪਾਂ ਪ੍ਰੋਪਰਟੀਜ਼ ਦੇਖਣੀਆਂ। ਕੈਲਸ਼ੀਅਮ hydroxide is a colorless crystals or white powder. It is sparingly soluble in water. Sparingly मतलब बहुत ही ਘੱਟ soluble ਹੁੰਦਾ ਪਾਣੀ ਚ, ਤੇ ਜਦੋਂ ਇਹਨੂੰ 512 यानी 512 डिग्री सेल्सियस ਤੇ ਡੀਕੰਪੋਜ਼ ਕਰਦੇ ਹਾਂ ਤੇ ਕੀ ਬਣਦਾ ਹੈ? ਕੈਲਸ਼ੀਅਮ ਆਕਸਾਈਡ ਪਲਸ ਵਾਟਰ, ਠੀਕ ਹੈ। ਉਸ ਤੋਂ ਬਾਅਦ ਇਹਨੂੰ ਮਿਲਕ ਆਫ ਲਾਈਮ ਵੀ ਕਹਿੰਦੇ ਆ, ਇਹਦਾ ਦੂਸਰਾ ਨਾਮ ਮਿਲਕ ਆਫ ਲਾਈਮ ਵੀ ਹੈ। ਹੁਣ ਲਾਈਮ ਵਾਟਰ ਟਰਨਸ ਮਿਲਕੀ, ਜਦੋਂ ਕੈਲਸ਼ੀਅਮ ਹਾਈਡਰੋਕਸਾਈਡ ਨੂੰ ਅਸੀਂ ਕਾਰਬਨ ਡਾਈਆਕਸਾਈਡ ਨਾਲ ਰਿਐਕਟ ਕਰਦੇ ਹਾਂ ਤੇ ਕੀ ਬਣਦਾ ਹੈ? ਕੈਲਸ਼ੀਅਮ ਕਾਰਬੋਨੇਟ ਪਲਸ ਵਾਟਰ। ਯੂਜ਼ ਕਿਤੇ ਕਿਤੇ ਕਰਦੇ ਹਾਂ? ਯੂਜ਼ ਆਪਾਂ ਇਹਨੂੰ ਬਿਲਡਿੰਗ ਮਟੀਰੀਅਲਸ ਚ ਯੂਜ਼ ਕਰਦੇ ਹਾਂ। ਸੋਡੀਅਮ ਹਾਈਡਰੋਕਸਾਈਡ, calcium hydroxide is used as a component of building material. It is used in whitewashing walls, ठीक है। It is used in the purification of sugar, bleaching powder. It is also used as a antiseptic च भी use करते हैं। उस तो बाद next main जेड़ा compound है that is calcium carbonate. Calcium carbonate ਨੂੰ ਆਪਾਂ limestone भी कहने हैं, ठीक है। rocks ਚ ਪਾਇਆ ਜਾਂਦਾ, ਚੂਨਾ ਜਿਹੜਾ ਵਾਈਟ ਕਲਰ ਦੇ ਚੂਨੇ ਦੇ ਪੱਥਰ ਹੁੰਦੇ ਆ ਉੱਥੇ ਪਾਇਆ ਜਾਂਦਾ, ਠੀਕ ਹੈ। ਕੈਲਸ਼ੀਅਮ ਕਾਰਬੋਨੇਟ ਪ੍ਰੈਫਰਡ ਕੈਲਸ਼ੀਅਮ ਆਕਸਾਈਡ ਵੀ ਕਹਿੰਦੇ ਆ, ਠੀਕ ਹੈ। प्लस वाटर की बनाएगा? कैल्शियम हाइड्रोक्साइड। सो कैल्शियम हाइड्रोक्साइड प्लस Ca2 की बनाएगा? कैल्शियम कार्बोनेट प्लस वाटर। उस तो बाद नेक्स्ट ਆਪਾਂ ਉਹਦੀਆਂ ਪ੍ਰੋਪਰਟੀਜ਼ ਦੇਖਣੀਆਂ। ਕੈਲਸ਼ੀਅਮ ਕਾਰਬੋਨੇਟ ਜਦੋਂ HCl ਨਾਲ ਰਿਐਕਟ ਕਰੇਗਾ ਕੈਲਸ਼ੀਅਮ ਕਲੋਰਾਈਡ ਪਲਸ ਕਾਰਬਨ ਡਾਈਆਕਸਾਈਡ ਪਲਸ ਵਾਟਰ ਬਣਾਏਗਾ। ਉਸ ਤੋਂ ਬਾਅਦ ਜਦੋਂ ਕੈਲਸ਼ੀਅਮ ਕਾਰਬੋਨੇਟ ਨੂੰ ਅਸੀਂ ਹੀਟ ਕਰਦੇ ਹਾਂ ਤੇ ਕੁਇਕਲਾਈਨ ਤੇ ਕਾਰਬਨ ਡਾਈਆਕਸਾਈਡ ਗੈਸ ਇਵੋਲਵ ਕਰਦਾ। ਉਸ ਤੋਂ ਬਾਅਦ ਨੈਕਸਟ ਜਿਹੜਾ ਹੈ ਕੈਲਸ਼ੀਅਮ ਕਾਰਬੋਨੇਟ ਨੂੰ ਜਦੋਂ ਕਾਰਬਨ ਡਾਈਆਕਸਾਈਡ ਤੇ ਵਾਟਰ ਨਾਲ ਰਿਐਕਟ ਕਰਾਂਗੇ ਤੇ ਕੀ ਬਣਾਏਗਾ? ਕੈਲਸ਼ੀਅਮ ਬਾਈ ਕਾਰਬੋਨੇਟ, ठीक है। उस तो बाद नेक्स्ट ਆਪਾਂ डिस्कस करेंगे यूज किथे किथे यूज करते। कंस्ट्रक्शन, इट इज फॉर्म ऑफ मार्बल च कंस्ट्रक्शन मटीरियल च यूज होंदा। क्विक लाइन च यूज होंदा, ठीक है। नेक्स्ट मेन कंपाउंड इज प्लास्टर ऑफ पेरिस। प्लास्टर ऑफ पेरिस इज अ बिल्डिंग मटीरियल, ठीक है, यूज फॉर कोटिंग वॉल्स एंड सीलिंग्स। प्लास्टर ऑफ पेरिस का फॉर्मूला पेपर च जरूर आंदा हुंदा, तो बड़े ध्यान नाल देखना, ठीक है। सो एदा फॉर्मूला की होएगा? CaSO4 2CaSO4H2O। सो प्रिपरेशन की है, प्रिपेयर किवें करदे इनू असी? प्रिपरेशन इनू बाय हीटिंग जिप्सम। जिप्सम का फॉर्मूला की होंदा? CaSO4 2H2O। ਜਦੋਂ ਆਪਾਂ 120 डिग्री सेल्सियस ਤੇ ਹੀਟ ਕਰਦੇ ਹਾਂ ਤੇ ਕੀ ਬਣਦਾ? ਕੈਲਸ਼ੀਅਮ ਸਲਫੇਟ वाटर प्लस H2O, ठीक है। फिर उस तो बाद ਆਪਾਂ ਇਹ डिस्कस करनी है यूजेस प्रॉपर्टीज। वाइट कलर का पाउडर ਹੁੰਦਾ, ठीक है। ਇਹਨੂੰ ਆਪਾਂ ਜਦੋਂ ਮਿਕਸ ਕਰਦੇ ਹਾਂ ਵਾਟਰ ਨਾਲ ਇਟ ਇਵੋਲਵਸ ਹੀਟ ਐਂਡ ਕੁਇਕਲੀ ਸੈਟ ਟੂ ਹਾਰਡ। ਜਦੋਂ ਪਾਣੀ ਨਾਲ ਰਿਐਕਟ ਕਰਦੇ ਆ ਤੇ ਕੀ ਹੋ ਜਾਂਦਾ? ਹਾਰਡ ਹੋ ਜਾਂਦਾ, ਠੀਕ ਹੈ। 5 to 15 minutes during setting slight एक्सप्लेनेशन। सो प्लास्टर ऑफ पेरिस ਨੂੰ ਜਦੋਂ ਵਾਟਰ ਪਾਇਆ ਜਾਂਦਾ ਤੇ ਜਿਪਸਮ ਬਣਦਾ, ਠੀਕ ਹੈ। ਉਸ ਤੋਂ ਬਾਅਦ ਜੇ ਜਿਪਸਮ ਮੋਨੋਕਲਿਨਿਕ ਡਾਈਹਾਈਡਰੇਟ ਨੂੰ ਹਾਰਡਨਿੰਗ ਕਰੀਏ ਤੇ ਉਹ ਆਰਥੋਰੋम्बिक ਡਾਈਹਾਈਡਰੇਟ ਬਣਦਾ। ਇਹ ਫਸਟ ਸਟੈਪ ਨੂੰ ਅਸੀਂ ਸੈਟਿੰਗ ਸਟੇਜ ਕਹਿੰਦੇ ਆ ਐਂਡ ਸੈਕਿੰਡ ਸਟੈਪ ਨੂੰ ਅਸੀਂ ਹਾਰਡਨਿੰਗ ਸਟੇਜ ਕਹਿੰਦੇ ਆ। यूज कितने कितने यूज करते हैं? फ्रैक्चर्ड बोन्स का प्लास्टर करने च यूज होंदा, सर्जिकल इंस्ट्रूमेंट्स, टॉय बनाने, चाकबोर्ड बनाने, ठीक है, कंस्ट्रक्शन इंडस्ट्रीज।
उस तो बाद सीमेंट बड़ा इंपॉर्टेंट कंपाउंड है कैल्शियम का। इट इज अ बाइंडर एंड सबस्टांस हार्डन इंडिपेंडेंटली, मतलब इस ਜਿਹੜੀਆਂ ਬਿਲਡਿੰਗਸ ਬਣਾਉਣ ਚ यूज ਹੁੰਦਾ। सो बड़ा इंपॉर्टेंट क्वेश्चन आंदा ਹੁੰਦਾ है, हु डिस्कवर्ड द सीमेंट। सो साइंटिस्ट का नाम की है जोसेफ एस्पडेन, जोसेफ एस्पडेन in England in 1824। ਉਸ ਤੋਂ ਬਾਅਦ ਹਾਊ ਟੂ ਪ੍ਰਿਪੇਅਰ ਸੀਮੈਂਟ। ਸੀਮੈਂਟ ਨੂੰ ਪ੍ਰਿਪੇਅਰ ਕਿਵੇਂ ਕੀਤਾ ਜਾਂਦਾ ਹੈ? ਸੀਮੈਂਟ ਨੂੰ ਪ੍ਰਿਪੇਅਰ ਕਰਨ ਦਾ ਤਰੀਕਾ ਕੀ ਹੈ ਕਿ ਸਭ ਤੋਂ ਪਹਿਲੇ ਆਪਾਂ ਕੈਲਸ਼ੀਅਮ ਕਾਰਬੋਨੇਟ ਨੂੰ ਹੀਟ ਕਰਦੇ ਹਾਂ small quantity of clay ਨਾਲ, ਠੀਕ ਹੈ। ਸੋ 1415 ਡਿਗਰੀ ਸੈਲਸੀਅਸ ਤੇ ਹੀਟ ਕੀਤਾ ਜਾਂਦਾ ਤੇ ਪ੍ਰੋਸੈਸ ਕਿਹੜਾ ਹੁੰਦਾ ਵਾ? ਪ੍ਰੋਸੈਸ ਹੁੰਦਾ ਕੈਲਸੀਨੇਸ਼ਨ। ਕੈਲਸੀਨੇਸ਼ਨ ਮਤਲਬ ਇਨ ਦ ਐਬਸੈਂਸ ਆਫ ਆਕਸੀਜਨ। ਸੋ ਉਹਦੇ ਨਾਲ ਕੀ ਹੋਏਗਾ? ਕੈਲਸ਼ੀਅਮ ਕਾਰਬੋਨੇਟ ਕੀ ਬਣਾ ਦੇਗਾ? ਇਸ ਤਰ੍ਹਾਂ ਰੋ ਮਿਲਸ ਲਾਇਓ ਚ ਜਾਂਦਾ, ਫਿਰ ਸਸਪੈਂਸ਼ਨ ਪ੍ਰੈਸੀਪੇਟ ਤੇ ਜਾ ਕੇ ਰੋਟੇਟਰੀ ਕਿਲਨ ਚ ਸਭ ਕੁਝ ਮਿਕਸ ਹੁੰਦਾ। ਜਦੋਂ ਮਿਕਸ ਹੋ ਕੇ ਕੈਲਸ਼ੀਅਮ ਕਾਰਬੋਨੇਟ ਤੋਂ ਕੈਲਸ਼ੀਅਮ ਆਕਸਾਈਡ ਬਣ ਜਾਂਦੀ ਹੈ, ਠੀਕ ਹੈ। ਤੇ ਫਿਰ ਰਿਜ਼ਲਟਿੰਗ ਜਿਹੜਾ ਇੱਥੇ ਸੀਮੈਂਟ ਮਿਲ ਤੇ ਜਾ ਕੇ ਇੱਥੋਂ ਜਿਪਸਮ ਆਪਾਂ ਐਡ ਕਰੀ ਜਾਂਦੇ ਹਾਂ ਤੇ ਸੀਮੈਂਟ ਮਿਲ ਤੇ ਜਾ ਕੇ ਕ੍ਰਿਮੀਨਲ ਚ ਜਾ ਕੇ ਗਰਾਊਂਡ ਸਟੇਟ ਚ ਸਾਨੂੰ ਜਿਹੜਾ ਸੀਮੈਂਟ ਮਿਲ ਜਾਂਦਾ ਪੈਕਿੰਗ ਹਾਊਸ ਚ, ਠੀਕ ਹੈ। ਉਸ ਤੋਂ ਬਾਅਦ ਪ੍ਰੋਪਰਟੀਜ਼ ਕੀ ਹੈ? ਜਦੋਂ ਇਹ ਵਾਟਰ ਦੇ ਕੰਟੈਕਟ ਚ ਬਣਾਉਂਦਾ ਆਉਂਦਾ ਸੀਮੈਂਟ they gaining strength and becomes hard. So due to the presence it prepares presence of iron ਦੀ presence ਕਰਕੇ ਐਸ਼ ਕਲਰ ਹੁੰਦਾ, ਠੀਕ ਹੈ। ਸੈਟਿੰਗ ਆਫ ਸੀਮੈਂਟ ਤੇ ਕੁਐਸਚਨ ਜ਼ਰੂਰ ਆਉਂਦਾ ਬੋਰਡ ਐਗਜ਼ਾਮਸ। ਸੋ ਇਹਦੇ ਵਿੱਚ ਉਂਝ ਵੀ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਸੈਟਿੰਗ ਆਫ ਸੀਮੈਂਟ ਕੀ ਹੁੰਦੀ ਹੈ। ਸੋ ਜਦੋਂ ਸੀਮੈਂਟ ਵਾਟਰ ਦੇ ਕੰਟੈਕਟ ਆਉਂਦਾ ਹੈ ਸੈਟਲ ਡਾਊਨ ਹੋ ਜਾਂਦਾ ਤੇ ਹਾਰਡ ਸਬਸਟੈਂਸ ਬਣ ਜਾਂਦਾ, ਉਹਨੂੰ ਆਪਾਂ ਸੈਟਿੰਗ ਆਫ ਸਿਸਟਮ ਕਹਿੰਦੇ। ਹੁਣ ਇਹ ਰੀਜ਼ਨ ਜ਼ਰੂਰ ਪੇਪਰ 'ਚ ਪੁੱਛਿਆ ਜਾਂਦਾ ਹੈ ਕਿ what is the reason। ਰੀਜ਼ਨ ਕੀ ਹੈ? addition of gypsum to slow down the time of setting the system, so it primarily strength in 7 days, ठीक है। ਉਸ ਤੋਂ ਬਾਅਦ ਜਿਹੜਾ 7 ਦਿਨ ਤੱਕ ਉਹ ਹਾਰਡ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਦੇਖਦੇ ਹੋਣੇ ਜਦੋਂ ਮਕਾਨ ਬਣਾਉਂਦੇ ਹਾਂ ਅਸੀਂ, ਠੀਕ ਹੈ, ਬਿਲਡਿੰਗਸ ਬਣਾਉਂਦੇ ਹਾਂ ਆਪਾਂ, ਇੱਟਾਂ ਲਗਾਉਂਦੇ ਹਾਂ, ਉਹ ਕੰਧ ਗਿੱਲੀ ਹੁੰਦੀ, ਉਹਨੂੰ ਸੈੱਟ ਹੋਣ 'ਚ ਹਾਰਡ ਹੋਣ 'ਚ ਟਾਈਮ ਲੱਗ ਜਾਂਦਾ, ਠੀਕ ਹੈ। ਸੋ ਵਿਦਿਨ ਕੁਛ ਦਿਨ ਲੱਗਦੇ ਹੈਗੇ ਆ, ਦੈਟ ਇਜ਼ 7 days ਹਾਰਡ ਹੋਣ 'ਚ। ਉਸ ਤੋਂ ਬਾਅਦ ਯੂਜ਼ ਕਿਤੇ ਕਿਤੇ ਯੂ ਹੁੰਦਾ। use cement widely used in the construction of building materials to use ਹੁੰਦਾ। ਉਸ ਤੋਂ ਬਾਅਦ ਜਿਹੜਾ ਹੈ ਕੀ ਕਹਿੰਦੇ ਆ ਸੀਮੈਂਟ ਇੰਡਸਟਰੀ ਸੈਲਰੀ ਚ यूज ਹੁੰਦਾ। ਉਸ ਤੋਂ ਬਾਅਦ manufacturing of cement pipes, garden seeds, flower done। today ਆਪਾਂ 10 topic discuss ਕੀਤੇ। ਪਹਿਲਾ difference between the beryllium and magnesium, दूसरा topic relationship between the beryllium and aluminium, and last topic very important compounds of calcium। इंपॉर्टेंट कंपाउंड ऑफ कैल्शियम ਕਿਹੜੇ ਕਿਹੜੇ डिस्कस ਕੀਤੇ। ਸਭ ਤੋਂ ਪਹਿਲੇ ਕੈਲਸ਼ੀਅਮ ਆਕਸਾਈਡ ਜਿਹਨੂੰ ਆਪਾਂ ਕੁਇਕਲਾਈਮ ਵੀ ਕਹਿੰਦੇ ਆ, ਕੈਲਸ਼ੀਅਮ ਹਾਈਡਰੋਕਸਾਈਡ। ਉਸ ਤੋਂ ਬਾਅਦ ਕੈਲਸ਼ੀਅਮ ਕਾਰਬੋਨੇਟ, ਠੀਕ ਹੈ। ਉਸ ਤੋਂ ਬਾਅਦ ਪਲਾਸਟਰ ਆਫ ਪੈਰਿਸ, ਐਂਡ ਲਾਸਟ ਆਪਾਂ डिस्कस ਕੀਤਾ ਸੀਮੈਂਟ। so lastly I want thank you to all for listening my lecture, and ਸਾਰਿਆਂ ਨੇ ਵਧੀਆ preparation ਕਰਨੀ ਹੈ एग्जाम्स ਦੀ। important concepts ਤੇ ਜਿਹੜਾ concentrate ਕਰਨਾ ਹੈ, ਖਾਸ ਕਰ formulas ਤੇ। formulas ਹਰ ਇੱਕ ਨੂੰ ਯਾਦ ਹੋਣੇ ਚਾਹੀਦੇ।